मेरी लव मैरिज हुई सी। जो भी खर्चा आया सीगा ਉਹਦਾ ਚਾਹੇ ਉਹ ਫੀਸਾਂ ਸੀਗੀਆਂ ਚਾਹੇ ਕੋਈ ਕੱਪੜੇ ਦਾ ਸੀਗਾ ਜੋ ਵੀ ਖਰਚਾ ਸੀਗਾ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ। ਮੇਰੇ ਖਰਚਾ ਮੋੜਨ ਦੀ ਬਜਾਏ ਮੈਨੂੰ ਸਗੋਂ ਦੀ ਧਮਕਾਉਣਾ ਸ਼ੁਰੂ ਕਰਤਾ ਜੀ। ਇਸ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮੇਰੀ ਮੰਮੀ ਦੀ ਡੈਥ ਹੋ ਗਈ। ਮੈਂ ਤਾਂ ਆਪਣੀ 2 ਏਕੜ ਜ਼ਮੀਨ ਸੀਗੀ ਮੇਰੇ ਕੋਲ, ਮੈਂ ਉਹ ਜ਼ਮੀਨ ਵੇਚ ਕੇ ਸਗੋਂ ਦੀ ਉਹਦੀਆਂ ਫੀਸਾਂ ਭਰੀਆਂ ਜੀ। ਮੈਂ ਆਪਦੀ ਫਾਈਲ ਬਾਰੇ ਪੁੱਛਿਆ, ਫਿਰ ਉਹਨਾਂ ਨੇ ਟਾਲ ਮਟੋਲ ਕਰਨੇ ਸ਼ੁਰੂ ਕਰਤੇ ਜੀ। ਉਦੋਂ ਹੁਣ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਨੇ ਵਿਆਹ ਮੈਰਿਜ ਹੋਰ ਕਰਵਾ ਲਈ ਜੀ। ਮੈਨੂੰ ਬਿਨਾਂ ਡਿਵੋਰਸ ਦਿੱਤੇ ਇੱਧਰੋਂ ਕਿ ਧਮਕਾਉਣਾ ਸ਼ੁਰੂ ਕੀਤਾ ਵੀ ਇਹ ਕਰਕੇ ਤੁਸੀਂ ਆਪਦਾ ਮੁੰਡਾ ਬਚਾ ਲਓ, ਵੀ ਚਲੋ ਪੈਸੇ ਤਾਂ ਗਏ। ਖੁਦਕੁਸ਼ੀ ਕੋਈ ਰਾਹ ਨਹੀਂ ਹੈਗਾ ਜੀ। ਆਪਾਂ ਨੂੰ ਸਗੋਂ ਦੀ ਲੜਨ ਦੀ ਲੋੜ ਹੈਗੀ ਇਕੱਠੇ ਹੋ ਗਈ। ਉਹਨੂੰ ਤਾਂ ਸਜ਼ਾ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਜੀ। 2 ਕਿੱਲੇ ਮੈਂ ਆਪਣੇ ਜੱਟਾਂ ਕੋਲ ਜ਼ਮੀਨ ਹੀ ਹੁੰਦੀ ਹੈਗੀ। ਸਤਿ ਸ਼੍ਰੀ ਅਕਾਲ, ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਬਹੁਤ ਸਾਰੇ ਇਹੋ ਜਿਹੇ ਕੇਸ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਕੁੜੀਆਂ ਵੱਲੋਂ ਦੀ ਮੁੰਡਿਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਜਿਹੜੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਹੁਣ ਅਸੀਂ ਕਰੀਏ ਕੀ। ਟਾਈਮ ਜਿਹੜਾ ਉਹ ਬੀਤਦਾ ਜਾਂਦਾ ਹੈ, ਕਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਨੇ, ਕਦੇ ਕੁੜੀ ਦੇ ਮਾਪਿਆਂ ਨਾਲ ਗੱਲ ਕਰਦੇ ਨੇ, ਕਦੇ ਪੰਚਾਇਤਾਂ 'ਚ ਗੱਲ ਕਰਦੇ ਨੇ, ਕਦੇ FIR ਕਰਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਨਹੀਂ ਹੁੰਦੀਆਂ, ਪਰਚੇ ਨਹੀਂ ਦਰਜ ਹੁੰਦੇ, ਬਹੁਤ ਸਾਰੇ ਮਸਲਿਆਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਨੇ। ਤੇ ਫਿਰ ਤੁਹਾਡੇ ਤੇ ਮੇਰੇ ਵਰਗੇ ਲੋਕ ਜਿਹੜੇ ਨੇ ਉਹ ਸਵਾਲ ਕਰਦੇ ਨੇ ਵੀ ਇੰਨਾ ਸਮਾਂ ਕਿੱਥੇ ਰਹਿ ਗਏ, ਇੰਨਾ ਸਮਾਂ ਕਿਉਂ ਲਗਾਤਾ ਬਾਹਰ ਆਉਂਦੇ ਇੰਨਾ ਸਮਾਂ ਤੁਸੀਂ ਪਹਿਲਾਂ ਕਿਉਂ ਨਹੀਂ ਤੁਸੀਂ ਬੋਲੇ, ਅੱਜ ਕਿਉਂ ਤੁਸੀਂ ਬੋਲਣ ਲੱਗੇ ਹੋ। ਪਰ ਜਿਹੜੇ ਮਸਲੇ ਨੇ ਕਿਉਂਕਿ ਘਰਾਂ ਦੇ ਵਿੱਚ ਇਹ ਸੁਲਝਣੇ ਜ਼ਰੂਰੀ ਹੁੰਦੇ ਨੇ। ਬਹੁਤ ਲੋਕਾਂ ਦੀ ਸੋਚ ਇਹੀ ਹੁੰਦੀ ਹੈ ਵੀ ਮਸਲੇ 4 ਦੀਵਾਰੀ ਦੇ ਵਿੱਚ ਬਹਿ ਕੇ ਸੁਲਝਾ ਲਏ ਜਾਣ ਤਾਂ ਚੰਗੇ ਨੇ, ਐਵੇਂ ਤਮਾਸ਼ਾ ਬਣਾਉਣ ਦਾ ਕੀ ਫਾਇਦਾ। ਪਰ ਬਾਅਦ ਚੋਂ ਜਦੋਂ ਸਾਰਾ ਕੁਝ ਹੋ ਜਾਵੇ, ਹੱਲ ਕੋਈ ਹੋਰ ਮਿਲੇ ਹੀ ਨਾ, ਜਦੋਂ ਮੀਡੀਆ 'ਚ ਹੀ ਆਉਣਾ ਪਵੇ, ਜਦੋਂ ਲੋਕਾਂ ਨੂੰ ਚੀਕ ਕੇ ਦੱਸਣਾ ਹੀ ਪਵੇ ਵੀ ਮੇਰੇ ਨਾਲ ਧੋਖਾ ਹੋਇਆ ਹੈ, ਤਾਂ ਕਿ ਦੂਸਰੇ ਬੰਦੇ ਦੇ ਉੱਤੇ ਕਾਰਵਾਈ ਹੋ ਸਕੇ, ਦੂਸਰੇ ਬੰਦੇ ਤੇ ਜਿਹੜੇ ਪੁਲਿਸ ਵਾਲੇ ਨੇ ਉਹ ਘੱਟੋ ਘੱਟ ਪਰਚਾ ਤਾਂ ਦਰਜ ਕਰ ਸਕਣ। ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਦੋਂ ਮੀਡੀਆ 'ਚ ਆਉਣਾ ਪੈਂਦਾ ਤਾਂ ਗੱਲਬਾਤ ਬਹੁਤ ਵੱਡੇ ਪੱਧਰ ਤੇ ਚਲੀ ਜਾਂਦੀ ਹੈ। ਜੁਗਰਾਜ ਜੀ ਸਾਡੇ ਨਾਲ ਮੌਜੂਦ ਨੇ। ਇਦਾਂ ਦਾ ਹੀ ਕੁਝ ਉਹਨਾਂ ਨਾਲ ਵੀ ਹੋਇਆ। ਪਤਨੀ ਜਿਹੜੀ ਉਹਨਾਂ ਦੀ ਆਸਟ੍ਰੇਲੀਆ ਚਲੀ ਜਾਂਦੀ ਹੈ ਵਿਆਹ ਤੋਂ ਬਾਅਦ, ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਿਹੜੀ ਆ ਉਹ ਬੰਦ ਕਰ ਦਿੰਦੀ ਹੈ। ਤੇ ਕੀ ਹੈ ਪੂਰਾ ਮਾਮਲਾ ਉਹ ਜਾਣਦੇ ਆ ਇਹਨਾਂ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਬਹੁਤ ਸਾਰੇ ਇਹੋ ਜਿਹੇ ਮਸਲੇ ਬਾਹਰ ਆ ਰਹੇ ਨੇ। ਤੁਹਾਡਾ ਜਦੋਂ ਵਿਆਹ ਹੋਇਆ, ਪਹਿਲੀ ਗੱਲ ਤਾਂ ਜਿਹੜੀ ਇੰਗੇਜਮੈਂਟ ਤੁਹਾਡੀ ਕਦੋਂ ਹੋਈ, ਵਿਆਹ ਤੁਹਾਡਾ ਕਦੋਂ ਹੋਇਆ ਤੇ ਕਿਹਦੇ ਥਰੂ ਤੁਹਾਡਾ ਵਿਆਹ ਹੋਇਆ? ਮੇਰੀ ਲਵ ਮੈਰਿਜ ਹੋਈ ਸੀਗੀ 2014 ਦੇ ਵਿੱਚ 7 ਮਾਰਚ ਨੂੰ ਜੀ। ਮੇਰੀ ਵਾਈਫ ਦਾ ਵੀਜ਼ਾ ਆ ਚੁੱਕਾ ਸੀਗਾ ਜੀ ਪਹਿਲਾਂ, ਤੇ ਉਸ ਤੋਂ ਬਾਅਦ ਸਾਡੀ ਗੱਲਬਾਤ ਤੈਅ ਹੋਈ ਸੀਗੀ ਘਰਦਿਆਂ ਦੀ ਸਹਿਮਤੀ ਨਾਲ। ਬਸ ਵਿਆਹ ਹੋਏਗਾ ਜੀ ਮੇਰਾ, ਤੇ ਘਰਦਿਆਂ ਨਾਲ ਗੱਲਬਾਤ ਤੈਅ ਹੋਈ ਸੀਗੀ। ਉਹਨਾਂ ਦੇ ਘਰਦਿਆਂ ਨੇ ਇਹ ਗੱਲ ਕਹੀ ਸੀਗੀ, ਕਹਿੰਦੇ ਵੀ ਜੋ ਵੀ ਖਰਚਾ ਹੋਊਗਾ ਵੀ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਊਗਾ। ਮੈਂ ਜੋ ਵੀ ਖਰਚਾ ਆਇਆ ਸੀਗਾ ਉਹਦਾ ਚਾਹੇ ਉਹ ਫੀਸਾਂ ਸੀਗੀਆਂ ਚਾਹੇ ਕੋਈ ਕੱਪੜੇ ਦਾ ਸੀਗਾ, ਜੋ ਵੀ ਖਰਚਾ ਸੀਗਾ ਜੀ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ। ਮੇਰਾ 25 ਲੱਖ ਰੁਪਇਆ ਖਰਚਾ ਆ ਚੁੱਕਿਆ ਜੀ। ਉਹਦੇ ਬਾਹਰ ਉਹਦੇ ਵੀਜ਼ੇ ਤੋਂ ਲੈ ਕੇ ਬਾਹਰ ਜਾਣ ਤੱਕ ਜੀ 10 ਲੱਖ ਰੁਪਇਆ ਮੈਂ ਉਹਨਾਂ ਨੂੰ ਨਗਦ ਵੀ ਦਿੱਤਾ ਸੀਗਾ ਜੀ, ਮੈਂ ਆਪਣੀ ਵਾਈਫ ਦੇ ਕਹਿਣ 'ਤੇ ਜੀ। ਕਿੰਨੀ ਤਰੀਕ ਨੂੰ ਜਿਹੜਾ ਵਿਆਹ ਹੋਇਆ ਸੀਗਾ? ਵਿਆਹ 27 ਮਾਰਚ 2014 ਨੂੰ ਜੀ। 2014 ਦੇ ਵਿੱਚ। ਤੇ ਕਦੋਂ ਤੱਕ ਕੁੜੀ ਨੇ ਠੀਕ ਜਿਹੜੀ ਇਹ ਗੱਲਬਾਤ ਕੀਤੀ ਤੁਹਾਡੇ ਨਾਲ? ਮੇਰੇ ਨਾਲ 2016 ਤੱਕ ਵਧੀਆ ਗੱਲ ਕਰਦੀ ਰਹੀ ਹੈਗੀ, ਠੀਕ ਗੱਲ ਕਰਦੀ ਰਹੀ ਹੈਗੀ। ਉਦੋਂ ਬਾਅਦ 'ਚੋਂ ਟਾਲ ਮਟੋਲ ਕਰਨੇ ਬੰਦ ਕਰ ਦਿੱਤੇ। ਮੈਂ ਫਾਈਲ ਬਾਰੇ ਪੁੱਛਣਾ ਤਾਂ ਟਾਲ ਮਟੋਲ ਕਰਨ ਲੱਗ ਜਾਣਾ। ਫਿਰ ਮੈਂ ਆਪਣੇ ਘਰਦਿਆਂ ਨੂੰ ਨਾਲ ਲੈ ਕੇ, ਮੇਰੀ ਮੰਮੀ ਨੂੰ ਨਾਲ ਲੈ ਕੇ, ਪੰਚਾਇਤ ਨੂੰ ਨਾਲ ਲੈ ਕੇ ਜੀ ਉਹਨਾਂ ਦੇ ਘਰ ਦੇ ਨਾਲ ਗੱਲਬਾਤ ਵੀ ਕਰਨੀ ਚਾਹੀਦੀ। ਫਿਰ ਇਸ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮੇਰੀ ਮੰਮੀ ਦੀ ਵੀ ਸਾਲ 2019 ਦੇ ਵਿੱਚ ਡੈਥ ਹੋ ਜਾਂਦੀ ਹੈ ਜੀ। ਹਾਂਜੀ। ਤੇ ਪਰਿਵਾਰ ਦੇ ਵਿੱਚ ਹੋਰ ਕੌਣ? ਹੋਰ ਕੋਈ ਨਹੀਂ ਹੈਗਾ, ਮੈਂ ਇਕੱਲਾ ਗਈ। ਮੇਰੀ ਇੱਕ ਸਿਸਟਰ ਆਈ, ਵਿਆਹੀ ਹੋਈ ਹੈਗੀ ਉਹ। ਹਾਂਜੀ। ਲਵ ਮੈਰਿਜ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਕਿੰਨੇ ਸਾਲ ਤੁਸੀਂ ਨਾਲ ਸੀਗੇ? ਮੈਂ 3 ਸਾਲ ਤੋਂ ਉਹ ਕੁੜੀ ਨੂੰ ਜਾਣਦਾ ਸੀਗਾ ਜੀ। 3 ਸਾਲ ਤੋਂ ਮੇਰਾ ਰਿਲੇਸ਼ਨ ਸੀਗਾ ਜੀ। ਉਸ ਤੋਂ ਬਾਅਦ ਕੁੜੀ ਵਾਲੀ ਦੇ ਘਰ ਵਾਲੇ ਵੀ ਮੰਨ ਗਏ ਸੀਗੇ? ਹਾਂਜੀ, ਵਧੀਆ ਸਹਿਮਤੀ ਨਾਲ ਵਿਆਹ ਹੋਇਆ ਸੀਗਾ ਜੀ। ਉਹ ਸਹਿਮਤੀ ਇਹ ਪ੍ਰਗਟਾਈ ਗਈ ਸੀਗੀ ਵੀ ਜੋ ਵੀ ਖਰਚਾ ਹੋਊਗਾ ਮੇਰੇ ਵੱਲੋਂ ਕੀਤਾ ਜਾਊਗਾ ਜੀ। ਉਹਦੇ ਬਾਹਰ ਜਾਣ ਤੇ ਰਹਿਣ ਤੇ ਜੋ ਵੀ ਖਰਚਾ ਹੁੰਦਾ ਗਾ ਜੀ ਦੁਬਾਰਾ 'ਚੋਂ ਮੇਰੇ ਰਾਹੀਂ ਕੀਤਾ ਜਾਊਗਾ ਜੀ। ਮੈਂ ਉਹ ਖਰਚਾ ਕੀਤਾ ਵੀ ਹੈਗਾ ਜੀ, ਪਰ ਉਹਨਾਂ ਨੇ ਰਿਸਪੌਂਸ ਨਹੀਂ ਬਾਅਦ 'ਚੋਂ ਕੀਤਾ ਜੀ ਕੋਈ। ਕੁੜੀ ਨੇ ਆਪਣੇ ਘਰ ਦੇ ਨਾਲ ਗੱਲਬਾਤ ਕਰਾਉਣੀ ਬੰਦ ਕਰ ਦਿੱਤੀ ਮੇਰੀ, ਤੇ ਮੇਰੇ ਖਰਚਾ ਮੋੜਨ ਦੀ ਬਜਾਏ ਮੈਨੂੰ ਸਗੋਂ ਦੀ ਧਮਕਾਉਣਾ ਸ਼ੁਰੂ ਕਰਤਾ ਜੀ। ਇਸ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮੇਰੀ ਮੰਮੀ ਦੀ ਡੈਥ ਹੋ ਗਈ। ਜੇ ਗੱਲ ਕਰੀਏ ਤਾਂ ਵਿਆਹ ਤੋਂ ਕਿੰਨੇ ਟਾਈਮ ਬਾਅਦ ਕੁੜੀ ਜਿਹੜੀ ਆ ਉਹ ਬਾਹਰ ਚਲੀ ਗਈ ਸੀ? ਵਿਆਹ ਤੋਂ 4 ਅਪ੍ਰੈਲ ਨੂੰ ਬਾਹਰ ਚਲੀ ਗਈ ਸੀਗੀ, 5 ਅਪ੍ਰੈਲ ਨੂੰ ਉਹ। ਕਿੰਨੇ ਮਹੀਨੇ ਬਾਅਦ ਵਿਆਹ?
ਵਿਆਹ ਤੋਂ ਉਹ 27 ਮਾਰਚ ਨੂੰ ਸਾਡਾ ਵਿਆਹ ਹੋ ਜਾਂਦਾ ਜੀ 5 ਅਪ੍ਰੈਲ ਨੂੰ ਉਹ ਬਾਹਰ ਚਲੀ ਜਾਂਦੀ ਹੈਗੀ, ਫਿਰ ਦੁਬਾਰਾ ਉੱਥੋਂ ਵਾਪਸ ਆਉਂਦੀ ਹੈ ਜੀ, ਦੁਬਾਰਾ 25 ਜੂਨ ਨੂੰ ਮੈਂ ਫਿਰ ਵਾਪਸ ਭੇਜਦਾ ਜੀ ਉਹਨੂੰ। ਤੇ ਉਦੋਂ ਫਿਰ ਕਿੰਨੀ ਟਾਈਮ ਤੱਕ ਰਹਿੰਦੀ ਹੈ ਜਦੋਂ ਦੁਬਾਰਾ ਵਾਪਸ? ਦੁਬਾਰਾ 17 ਅਪ੍ਰੈਲ ਨੂੰ ਵਾਪਸ ਆਉਂਦੀ ਹੈ ਜੀ, 17 ਅਪ੍ਰੈਲ ਤੋਂ ਲੈ ਕੇ 25 ਜੂਨ ਤੱਕ ਮੇਰੇ ਕੋਲ ਹੀ ਰਹਿੰਦੀ ਹੈਗੀ ਜੀ ਇੱਥੇ। ਮਤਲਬ 2-3 ਮਹੀਨੇ ਹੋ ਗਏ। ਹਾਂਜੀ ਹਾਂਜੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਪੈਸਿਆਂ ਦੀ ਗੱਲ ਕੀਤੀ ਹੈ ਤਾਂ ਟ੍ਰਾਂਜੈਕਸ਼ਨ ਸਾਰੀਆਂ ਤੁਹਾਡੇ ਕੋਲ ਸੀਗਾ ਰਿਕਾਰਡ? ਹਾਂਜੀ ਮੈਮ, ਮੇਰਾ ਸਾਰਾ ਰਿਕਾਰਡ ਲਾਇਆ ਹੋਇਆ ਜੀ, ਪੁਲਿਸ ਪ੍ਰਸ਼ਾਸਨ ਨੇ ਪੜਤਾਲ ਕਰਕੇ ਸਾਰਾ ਪਰਚਾ ਕੀਤਾ ਹੋਇਆ ਗਿਆ ਜੀ ਦਰਜ। ਗੱਲ ਵਿਗੜਦੀ ਕਿਵੇਂ ਹੈ ਜੇ ਗੱਲ ਕਰੀਏ ਵੀ ਕੋਈ ਆਪਸ ਦੇ ਵਿੱਚ ਤੁਹਾਡੀ ਲੜਾਈ ਰਹਿੰਦੀ ਸੀਗੀ, ਕੋਈ ਲੜਾਈ ਝਗੜਾ ਹੁੰਦਾ ਸੀਗਾ ਵੀ ਪੈਸੇ ਤੁਸੀਂ ਪੂਰੇ ਨਹੀਂ ਭੇਜੇ ਹੈਗੇ ਜਾਂ ਹੋਰ ਕਿਸੇ ਗੱਲ ਪਿੱਛੇ ਲੜਾਈ ਹੁੰਦੀ ਸੀ? ਨਹੀਂ ਮੈਮ, ਇਦਾਂ ਦੀ ਕੋਈ ਗੱਲ ਨਹੀਂ। ਮੈਂ ਤਾਂ ਆਪਣੀ 2 ਏਕੜ ਜ਼ਮੀਨ ਸੀਗੀ ਮੇਰੇ ਕੋਲ, ਮੈਂ ਉਹ ਜ਼ਮੀਨ ਵੇਚ ਕੇ ਸਕਣ ਦੀ ਉਹਦੀਆਂ ਫੀਸਾਂ ਭਰੀਆਂ ਜੀ, ਉਧਰ ਬਾਹਰ ਦਾ ਜੋ ਵੀ ਖਰਚਾ ਸੀਗਾ ਉਹ 2 ਕਿੱਲੇ ਵੇਚ ਕੇ ਮੈਂ ਕੀਤਾ ਜੀ। ਵਿਆਹ ਤੋਂ ਬਾਅਦ ਕੁੜੀ ਠੀਕ ਗੱਲ ਕਰਦੀ ਰਹੀ, ਮਤਲਬ ਡੇਲੀ ਫੋਨ ਹੁੰਦਾ ਸੀਗਾ ਘਰਦਿਆਂ ਨਾਲ ਵੀ ਗੱਲ? ਹਾਂਜੀ, ਮੈਂ 2015 'ਚ ਉਹਨੂੰ ਲਾਸਟ ਫੀਸ ਭੇਜੀ ਸੀਗੀ, 2016 ਤੱਕ ਮੇਰੇ ਨਾਲ ਵਧੀਆ ਗੱਲਬਾਤ ਹੁੰਦੀ ਰਹੀ, ਫਿਰ ਉਹਨੇ ਟਾਲ ਮਟੋਲ ਕਰਨੇ ਬੰਦ ਕਰ ਦਿੱਤੇ ਜੀ। ਮੈਂ ਫਿਰ ਉਹਦੇ ਘਰਦਿਆਂ ਨੂੰ ਪਹੁੰਚ ਕੀਤੀ, ਘਰਦਿਆਂ ਤੱਕ ਮੈਂ ਕਿਹਾ ਵੀ ਚਲੋ ਵੀ ਪੁੱਛੋ ਵੀ ਕੀ ਗੱਲਬਾਤ ਆ ਜੀ, ਮੈਂ ਆਪਦੀ ਫਾਈਲ ਬਾਰੇ ਵੀ ਪੁੱਛਿਆ, ਫਿਰ ਉਹਨਾਂ ਨੇ ਟਾਲ ਮਟੋਲ ਕਰਨੇ ਸ਼ੁਰੂ ਕਰਤੇ ਜੀ। ਉਦੋਂ ਕੀ ਕਹਿੰਦੇ ਉਦੋਂ ਬਸ ਕੁੜੀ ਨੂੰ ਪਤਾ ਹੋਊ ਜਾਂ ਤੈਨੂੰ ਪਤਾ ਹੋਊਗਾ, ਤੇਰੇ ਨਾਲ ਗੱਲਬਾਤ ਹੁੰਦੀ ਹੈਗੀ। ਮੈਂ ਉਹਨਾਂ ਨੂੰ ਦੱਸ ਰਿਹਾ ਸੀਗਾ ਵੀ ਮੇਰੇ ਨਾਲ ਨਹੀਂ ਗੱਲਬਾਤ ਕਰਦੀ, ਹੁਣ ਘੱਟ ਕਰਨ ਲੱਗ ਗਈ ਉਹ ਗੱਲਬਾਤ, ਵੀ ਉਹਨਾਂ ਤੋਂ ਪੁੱਛੋ ਵੀ ਫਾਈਲ ਬਾਰੇ ਕੀ ਕਰ ਰਹੇ ਹੈਗੇ, ਅਪਲਾਈ ਕਰ ਰਿਹਾ ਜਾਂ ਕਿੱਦਾਂ। ਤੇ ਉਹਨਾਂ ਨੇ ਉੱਥੋਂ ਸ਼ੁਰੂ ਤੋਂ ਹੀ ਟਾਲ ਮਟੋਲ ਕਰਨੇ ਬੰਦ ਕਰ ਦਿੱਤੇ। ਮੈਂ ਬਕਾਇਦਾ 3 ਵਾਰੀ ਪੰਚਾਇਤਾਂ ਲੈ ਕੇ ਆਇਆ ਜੀ ਉਹਨਾਂ ਦੇ ਘਰੇ ਵੀ ਮਸਲਾ ਇਹ ਪ੍ਰਸ਼ਾਸਨ ਤੱਕ ਨਾ ਜਾਵੇ, ਪਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਕੀਤਾ ਜੀ ਸਾਨੂੰ। ਤੁਸੀਂ ਕੁੜੀ ਨੂੰ ਨਹੀਂ ਕਿਹਾ ਵੀ ਗੱਲਬਾਤ ਘੱਟ ਕਿਉਂ ਕਰਦੀਆਂ? ਉਹਨੇ ਨਹੀਂ ਅੱਗੋਂ ਦੀ ਕੋਈ ਰਿਸਪੌਂਸ ਦਿੱਤਾ ਵੀ ਮੇਰਾ ਕੋਈ ਕੰਮ ਹੈ ਕੀ? ਨਹੀਂ ਮੈਮ, ਕੋਈ ਬਸ ਉਦੋਂ ਬਾਅਦ 'ਚ ਬੰਦ ਹੀ ਕਰਤੀ ਜੀ 2016 'ਚ ਆ ਕੇ ਗੱਲ ਉਹਨੂੰ। ਤੁਸੀਂ ਮੈਸੇਜ ਕੀਤੇ, ਫੋਨ ਕੀਤੇ? ਹਾਂਜੀ, ਫੋਨ ਮੈਂ ਬਹੁਤ ਕੀਤੇ, ਬਹੁਤ ਟਰਾਈ ਕੀਤਾ ਜੀ। ਮੈਂ ਕਿਹਾ ਵੀ ਚਲੋ ਇਹ ਮਸਲਾ ਨਾ ਇੱਥੋਂ ਤੱਕ ਜਾਵੇ, ਪਰ ਅਖੀਰ ਸਾਨੂੰ ਪ੍ਰਸ਼ਾਸਨ ਵਾਲਾ ਸਹਾਰਾ ਲੈਣਾ ਪਿਆ ਜੀ। ਤੁਹਾਨੂੰ ਪਤਾ ਸੀ ਵੀ ਕੁੜੀ ਰਹਿੰਦੀ ਕਿੱਥੇ ਉੱਥੇ ਆਸਟ੍ਰੇਲੀਆ? ਹਾਂਜੀ, ਆਸਟ੍ਰੇਲੀਆ ਸਿਡਨੀ ਗਈ ਸੀਗੀ ਉਹ। ਹੁਣ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਨੇ ਵਿਆਹ ਮੈਰਿਜ ਹੋਰ ਕਰਵਾ ਲਈ ਆ ਜੀ, ਮੈਨੂੰ ਬਿਨਾਂ ਡਿਵੋਰਸ ਦਿੱਤੇ ਇੱਧਰੋਂ ਕੋਈ ਮੇਰੇ ਨਾਲ ਕੋਈ ਕਾਰਵਾਈ ਸਿਰੇ ਨਹੀਂ ਚੜਾਈ, ਨਾ ਕੋਈ ਮੇਰਾ ਖਰਚਾ ਮੋੜਨ ਬਾਰੇ ਗੱਲ ਕੀਤੀ ਹੈਗੀ। ਸਗੋਂ ਦੀ ਮੈਂ ਤਾਂ ਆਪਣੇ ਘਰ ਨੂੰ ਮੇਰੇ ਤਾਲਾ ਲੱਗਿਆ ਹੋਇਆ ਜੀ, ਮੈਂ ਹੁਣ ਆ ਭੂਆ ਦੇ ਬੇਟੇ ਕੋਲ ਰਹਿੰਦਾ ਜੀ, ਮੈਂ ਆਪਣੀ ਕੋਲ। ਕਾਫੀ ਲੰਬਾ ਸਮਾਂ ਹੋ ਗਿਆ, 2016 ਦੇ ਵਿੱਚ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਤੁਸੀਂ ਕਿਹਾ ਵੀ ਮੈਂ ਪੰਚਾਇਤਾਂ ਦੇ ਵਿੱਚ ਪੰਚਾਇਤਾਂ ਨੂੰ ਵੀ ਲੈ ਕੇ ਗਿਆ, ਉਹਦੇ ਪੰਚਾਇਤ ਦੇ ਵਿੱਚ ਕੀ ਗੱਲਬਾਤ ਹੁੰਦੀ ਸੀਗੀ? ਉਦੋਂ ਕੋਈ ਮਸਲੇ ਦਾ ਹੱਲ ਕੋਈ ਨਿਕਲਿਆ ਜਾਂ ਘਰਦਿਆਂ ਨੇ ਉਦੋਂ ਕੀ ਕਹਿੰਦੇ ਸੀਗੇ ਪੰਚਾਇਤ ਦੇ ਵਿੱਚ? ਨਹੀਂ ਮੈਮ, ਉਹਨਾਂ ਨੇ ਕੋਈ ਹੱਲ ਕੱਢਣ ਵਾਲੀ ਗੱਲ ਨਹੀਂ ਕੀਤੀ, ਸਕਣ ਦੀ ਧਮਕਾਉਣਾ ਸ਼ੁਰੂ ਕਰਤਾ ਜੀ ਮੈਨੂੰ। ਕੀ ਕਹਿੰਦੇ ਸੀ? ਬਸ ਇਹੀ ਧਮਕੀਆਂ ਵੀ ਆਪਦਾ ਮੇਰੀ ਮਾਤਾ ਨੂੰ, ਮੈਂ ਇਕੱਲਾ ਸੀਗਾ ਜੀ ਇੱਥੇ, ਮੇਰੀ ਮਾਤਾ ਸੀਗੀ ਨਾਲ, ਵੀ ਮੇਰੀ ਮਾਤਾ ਨੂੰ ਜਾਣੀ ਕਿ ਧਮਕਾਉਣਾ ਸ਼ੁਰੂ ਕੀਤਾ ਵੀ ਐ ਕਰਕੇ ਤੁਸੀਂ ਆਪਦਾ ਮੁੰਡਾ ਬਚਾ ਲਓ, ਵੀ ਚਲੋ ਪੈਸੇ ਤਾਂ ਗਏ ਇਹ ਗੱਲਾਂ ਕਰਨ ਲੱਗ ਗਏ ਜੀ। ਉਹਨਾਂ ਨੇ ਕੋਈ ਰਿਸਪੌਂਸ ਵਧੀਆ ਨਹੀਂ ਦਿੱਤਾ ਜੀ ਸਾਨੂੰ। ਤੁਹਾਡੇ ਘਰਦਿਆਂ ਨੇ ਫਿਰ ਕਦੋਂ ਤੱਕ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ? ਮੈਂ ਕਿੱਦਾਂ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਦੋਂ ਤੱਕ ਕੀਤੀ ਉਹਨਾਂ ਨੇ? ਮੈਮ, ਮੈਂ 2016 ਤੋਂ ਲੈ ਕੇ 17 ਤੇ 18 ਦੇ ਵਿੱਚ ਵੀ 18 ਦੇ ਵਿੱਚ ਵੀ ਮੈਂ ਪੰਚਾਇਤ ਭੇਜੀ ਆ ਜੀ। ਜਦੋਂ 2019 ਦੇ ਵਿੱਚ ਆ ਕੇ ਮੇਰਾ ਤਾਂ ਸਾਰਾ ਕੁਝ ਹੀ ਉੱਜੜ ਗਿਆ ਜੀ, ਜਦੋਂ ਮੇਰੀ ਮੰਮੀ ਦੀ ਡੈਥ ਹੋ ਗਈ। ਫਿਰ ਮੈਂ 2020 ਚ ਆ ਕੇ ਮੈਂ ਪ੍ਰਸ਼ਾਸਨ ਦਾ ਸਹਾਰਾ ਲਿੱਤਾ ਜੀ। 3 ਸਤੰਬਰ 2019 ਨੂੰ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਹੈ ਜੀ। ਪਾਪਾ ਸੀਗੇ ਤੁਹਾਡੇ? ਨਹੀਂ, ਪਾਪਾ ਦੀ ਡੈਥ ਹੋਈ ਵੀ ਹੈ ਜੀ। ਪਾਪਾ ਦੀ ਡੈਥ ਪਹਿਲਾਂ ਹੋ ਗਈ ਸੀਗੀ। ਹਾਂਜੀ, ਮਤਲਬ ਮੰਮੀ ਸੀਗੇ ਉਸ ਟਾਈਮ ਤੇ ਉਹ ਵੀ ਡਿਪਰੈਸ਼ਨ ਚਲੇ ਗਏ ਵੀ ਜਿਹੜਾ ਇੱਕੋ ਇੱਕ ਪੁੱਤ ਹੈ ਮੇਰਾ ਉਹਦੇ ਨਾਲ ਵੀ ਆ ਕੁਝ ਹੋ ਰਿਹਾ? ਹਾਂਜੀ ਹਾਂ, ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਹ। ਡਿਪਰੈਸ਼ਨ ਦਾ ਸਾਨੂੰ ਅਖੀਰ ਮੰਮੀ ਮੇਰੇ ਚਲੇ ਜਾਂਦੇ ਆ ਜੀ, ਮੈਂ ਹੁਣ ਇਕੱਲਾ ਰਹਿ ਗਿਆ ਜੀ। ਹੁਣ ਤੁਸੀਂ ਜਦੋਜਹਿਦ ਕਰ ਰਹੇ ਹੋ ਪੂਰੀ, ਤੇ ਹੁਣ FIR ਹੋ ਗਈ? ਹਾਂਜੀ, FIR ਹੋ ਗਈ, ਪਰਚਾ ਦਰਜ ਹੋ ਗਿਆ ਜੀ। ਇੰਨਾ ਲੰਬਾ ਜਿਹੜਾ ਸਮਾਂ ਲੱਗ ਗਿਆ 2016 ਤੋਂ ਲੈ ਕੇ ਇੱਥੇ ਤੱਕ ਪੰਚਾਇਤਾਂ ਵੀ ਭੇਜੀਆਂ, ਹੁਣ ਜਾ ਕੇ FIR ਹੋਈ ਹੈ, 3 ਤਰੀਕ ਨੂੰ FIR ਹੋਈ ਹੈ, 3 ਜੁਲਾਈ ਨੂੰ। ਇਹ ਜਿਹੜਾ ਇੰਨਾ ਲੰਬਾ ਸਮਾਂ ਲੱਗਿਆ, ਪ੍ਰਸ਼ਾਸਨ ਦੇ ਕੰਮ ਨੂੰ ਕਿਵੇਂ ਦੇਖਦੇ? ਪ੍ਰਸ਼ਾਸਨ ਨੇ ਵੈਸੇ ਵਧੀਆ ਸਾਥ ਦਿੱਤਾ ਜੀ, ਵਧੀਆ ਰਿਸਪੌਂਸ ਕੀਤਾ ਗਾ ਮੈਨੂੰ। ਆ 2020 ਚ ਮੈਂ ਉਹਨਾਂ ਨੂੰ ਦਰਖਾਸਤ ਦਿੱਤੀ ਸੀਗੀ SSP ਸੰਦੀਪ ਗੋਇਲ ਕੋਲ ਜੀ, ਤੇ ਉਹਨਾਂ ਨੇ ਹੁਣ 2021 ਦੇ ਵਿੱਚ ਆ ਕੇ ਪਰਚਾ ਦਰਜ ਹੋ ਗਿਆ ਜੀ ਉਹਨਾਂ ਦੇ। ਕੁੜੀ ਜਿਹੜੀ ਹੈ ਉਹ ਹੁਣ ਕਿਸੇ ਨਾਲ ਨਹੀਂ ਗੱਲਬਾਤ ਕਰਦੀ? ਜਿਹੜਾ ਕੋਈ ਤੁਹਾਡੇ ਰਿਸ਼ਤੇਦਾਰ ਹੋਵੇ, ਜਿਹੜਾ ਕੋਈ ਵਿਚੋਲਾ ਹੋਵੇ, ਜਾਂ ਜਿਹਨੇ ਕੋਈ ਵਿੱਚ ਕੋਈ ਵੀ ਰਿਸ਼ਤੇਦਾਰ ਹੋਵੇ, ਚਾਹੇ ਕੋਈ ਚਾਚਾ ਹੋਵੇ, ਤਾਇਆ ਹੋਵੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ? ਨਹੀਂ ਮੈਮ, ਕੋਈ ਗੱਲਬਾਤ ਨਹੀਂ ਕੀਤੀ ਕਿਸੇ ਨਾਲ ਜੀ ਉਹਨਾਂ ਨੇ। ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਬਾਹਰ ਜਾ ਕੇ ਉਹਨੇ ਵਿਆਹ ਕਰਵਾ ਲਿਆ ਕਿਸੇ ਨਾਲ ਤੇ ਡਿਵੋਰਸ ਵੀ ਨਹੀਂ ਲਿਆ, ਨਾਲੇ ਜਿਹੜੀ ਤੁਹਾਡੀ FIR ਸੀਗੀ, FIR ਦੀ ਕਾਪੀ ਉਹਦੇ 'ਚ ਲਿਖਿਆ ਹੋਇਆ ਵੀ ਬਾਹਰ ਆਸਟ੍ਰੇਲੀਆ ਦੇ ਵਿੱਚ ਕੋਰਟ 'ਚ ਉਹਨੇ ਡਿਵੋਰਸ ਫਾਈਲ ਕੀਤਾ ਸੀ? ਨਹੀਂ ਮੈਮ, ਉਹਨਾਂ ਨੇ ਪੇਪਰ ਭੇਜਿਆ ਸੀਗਾ ਜੀ, ਉਹਨਾਂ ਨੇ ਸਾਨੂੰ ਇੰਡੀਆ ਦਾ ਕੋਈ ਪ੍ਰੂਫ ਨਹੀਂ ਦਿੱਤਾ ਵੀ ਡਿਵੋਰਸ ਹੋ ਗਿਆ ਜੀ। ਇੱਧਰ ਆ ਕੇ ਉਹਨੇ ਵਿਆਹ ਕਰਵਾਇਆ ਗਿਆ ਜੀ ਦੁਬਾਰਾ। ਇੰਡੀਆ ਆ ਕੇ ਵਿਆਹ? ਹਾਂਜੀ ਹਾਂਜੀ। ਤੇ ਕਿ ਇਦਾਂ ਨਹੀਂ ਲੱਗਦਾ ਵੀ ਦੁਬਾਰਾ ਕਿਸੇ ਹੋਰ ਦੇ ਕੋਲ ਮਤਲਬ ਹੋਵੇ ਕੋਈ, ਪਹਿਲਾਂ ਤੋਂ ਕੁਝ ਇਦਾਂ ਦਾ ਹੋਵੇ? ਕਿੱਦਾਂ ਮੈਮ? ਪਹਿਲਾਂ ਦਾ ਤਾਂ ਨਹੀਂ ਸੀਗਾ ਕੁਝ ਇਦਾਂ ਦਾ ਕੇਸ ਵੀ ਕਿਸੇ ਹੋਰ ਨਾਲ ਹੋਣਾ? ਨਹੀਂ ਮੈਮ, ਪਹਿਲਾਂ ਤਾਂ ਕੋਈ ਗੱਲਬਾਤ ਤੋਂ ਲੱਗਾ ਨਹੀਂ ਗਿਆ ਜੀ, ਪਹਿਲਾਂ ਵਧੀਆ ਸਾਡੀ ਗੱਲਬਾਤ ਹੁੰਦੀ ਰਹੀ ਹੈ ਜੀ।
ਫਾਈਨਲੀ ਜਦੋਂ ਤੁਸੀਂ ਇੱਥੇ ਆਏ ਹੋ, ਕਿਉਂਕਿ ਮਨੀਸ਼ਾ ਗੁਲਾਟੀ ਜੀ ਨੇ ਆਉਣਾ ਤਾਂ ਤੁਸੀਂ ਆਪਣਾ ਕੇਸ ਲੈ ਕੇ ਆਏ ਹੋ, ਹੁਣ ਕੀ ਇੱਥੇ ਅਪੀਲ ਕਰ ਰਹੇ ਹੋ? ਹੁਣ ਇਹੀ ਅਪੀਲ ਕਰਦਾ ਜੀ, ਜਿਹੜਾ ਸਾਡੇ ਨਾਲ ਹੋ ਗਿਆ ਚਲੋ ਉਹ ਤਾਂ ਹੋ ਹੀ ਗਿਆ ਜੀ। ਹੁਣ ਅੱਗੇ ਕਿਸੇ ਦੇ ਮੁੰਡੇ ਨਾਲ ਇਦਾਂ ਨਾ ਹੋਵੇ ਜਿਵੇਂ ਆਹ ਵੀਰ ਖੁਦਕੁਸ਼ੀ ਕਰ ਗਈ। ਮੈਂ ਇਹ ਕਹਿਣਾ ਚਾਹੁੰਦਾ ਜੀ, ਇਹ ਖੁਦਕੁਸ਼ੀ ਕੋਈ ਰਾਹ ਨਹੀਂ ਹੈਗਾ ਜੀ। ਆਪਾਂ ਨੂੰ ਸਕਾਂ ਦੀ ਲੜਨ ਦੀ ਲੋੜ ਹੈਗੀ ਇਕੱਠੇ ਹੋ ਗਈ। ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ? ਅੱਜ ਤੁਹਾਡੇ ਸਾਹਮਣੇ ਇੰਨੇ ਨੌਜਵਾਨ ਇਕੱਠੇ ਹੋਏ ਨੇ, ਸਾਰਿਆਂ ਦਾ ਮਸਲਾ ਇੱਕੋ ਜਿਹਾ ਹੀ ਲੱਗਦਾ ਹੈ ਵੀ ਬਾਹਰਲੇ ਮੁਲਕ ਜਿਹੜੀ ਘਰ ਵਾਲੀ ਆ ਉਹ ਚਲੇ ਗਏ, ਮੁੜ ਕੇ ਗੱਲ ਕਰਨੀ ਬੰਦ ਕਰਤੀ। ਲੱਗਦਾ ਹੈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ, ਮੁੰਡੇ ਵਾਲਿਆਂ ਨੂੰ ਕੁੜੀ ਤੇ ਜਾਂ ਕੁੜੀ ਵਾਲਿਆਂ ਨੂੰ ਮੁੰਡੇ ਤੇ ਇਸ ਤਰੀਕੇ ਨਾਲ ਪੈਸੇ ਲਾਉਣੇ ਚਾਹੀਦੇ? ਨਹੀਂ ਮੈਮ, ਇਹ ਤਾਂ ਕੋਈ ਹੱਲ ਨਹੀਂ ਹੈਗਾ ਜੀ। ਜਿਵੇਂ ਹੁਣ ਪੰਜਾਬ 'ਚ ਬੇਰੁਜ਼ਗਾਰੀ ਦਾ ਕਾਰਨ ਹੀ ਹੈਗਾ ਇਹ ਜੀ। ਜਿਵੇਂ ਅਸੀਂ ਬਾਹਰ ਦਾ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂਗੇ, ਬੇਰੁਜ਼ਗਾਰੀ ਕਾਰਨ ਹੀ ਜਾ ਰਹੇ ਹਾਂਗੇ ਜੀ। ਅਸੀਂ ਬੇਰੁਜ਼ਗਾਰੀ ਦੇ ਕਾਰਨ ਇੱਥੋਂ ਭੱਜ ਰਹੇ ਹਾਂਗੇ ਜੀ। ਤੁਹਾਡਾ ਆਪਣਾ ਜਿਹੜਾ ਵੀਜ਼ਾ ਸੀਗਾ ਉਹ ਨਹੀਂ ਸੀ ਲੱਗਦਾ, ਤੁਸੀਂ ਵਾਈਫ ਦੇ ਥਰੂ ਅਪਲਾਈ ਕਰ ਰਹੇ ਸੀ? ਹਾਂਜੀ ਹਾਂਜੀ ਮੈਮ। ਕਾਹਦੇ ਰਿਜੈਕਸ਼ਨ ਕਾਹਦੇ ਵਾਸਤੇ? ਰਿਜੈਕਸ਼ਨ ਦਾ ਉਹਨਾਂ ਨੇ ਕੋਈ ਸਾਨੂੰ ਫਾਈਲ ਵੀ ਨਹੀਂ ਲਗਾਈ, ਫਾਈਲ ਦਾ ਕੋਈ ਰਿਸਪੌਂਸ ਨਹੀਂ ਗਾ ਦਿੱਤਾ ਜੀ। ਉਸ ਤੋਂ ਬਾਅਦ 'ਚ ਪੁੱਛਿਆ ਸੀਗਾ ਵੀ ਕੋਈ ਡਾਕੂਮੈਂਟਸ ਵਗੈਰਾ ਕੁਝ ਭੇਜ? ਨਹੀਂ, ਕੋਈ ਡਾਕੂਮੈਂਟ ਨਹੀਂ ਭੇਜਿਆ ਜੀ ਉਹਨਾਂ ਨੇ। ਫਿਰ 2016 ਤੋਂ ਉਹਨੇ ਗੱਲ ਹੀ ਬੰਦ ਕਰਤੀ ਜੀ ਮੇਰੇ ਨਾਲ। ਜਦੋਂ ਮੈਂ ਡਾਕੂਮੈਂਟ ਦੀ ਗੱਲ ਕਰਨ ਲੱਗਿਆ, ਫਾਈਲ ਅਪਲਾਈ ਦੀ ਗੱਲ ਕਰਨ ਲੱਗਿਆ ਜੀ, ਉਹਨਾਂ ਨੇ ਫਿਰ ਟਾਲ ਮਟੋਲ ਕਰਨੇ ਸ਼ੁਰੂ ਕਰਤੇ। ਫਿਰ 2016 'ਚ ਆ ਕੇ ਨੰਬਰ ਚੇਂਜ ਕਰ ਲਿਆ ਜੀ ਉਹਨੇ ਬਸ। ਫਿਰ ਮੈਂ ਘਰਦਿਆਂ ਨਾਲ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜੀ ਵੀ ਕੋਈ ਰਾਹ ਕੱਢ ਲੈਂਦੇ ਹੈਗੇ, ਆਪਾਂ ਗੱਲਬਾਤ ਕਰ ਲੈਂਦੇ ਹੈਗੇ। ਉਹਨਾਂ ਨੇ ਕੋਈ ਰਿਸਪੌਂਸ ਨਹੀਂ ਕੀਤਾ ਜੀ ਸਾਨੂੰ। ਹੁਣ FIR ਦਰਜ ਹੋ ਗਈ, ਹੁਣ ਅੱਗੇ ਕੀ ਪ੍ਰੋਸੈਸ ਹੋ? ਅੱਗੇ ਜੋ ਵੀ ਪ੍ਰਸ਼ਾਸਨ ਦੇ ਹੱਥ 'ਚ ਹੈ ਜੀ ਕਾਰਵਾਈ, ਜੋ ਵੀ ਕਰਦੇ ਆਗੇ ਦੇਖੋ ਜੀ ਹੁਣ ਕੀ ਕਾਰਵਾਈ ਹੋ। ਕੀ ਕਰਦੇ ਹੋ? ਸੋ ਨਿਬੜੂਗੀ ਕਿੱਥੇ ਆ ਕੇ ਗੱਲ? ਮੰਗ ਇਹੀ ਕਰ ਰਹੇ ਹਾਂ ਜੀ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਨਾਲ, ਸਾਨੂੰ ਇਨਸਾਫ ਦਿੱਤਾ ਜਾਵੇ ਜੀ। ਪੈਸਿਆਂ ਦੀ ਮੰਗ ਹੈਗੀ ਤੁਹਾਡੀ ਵੀ, ਜਿਹੜਾ ਤੁਸੀਂ 35 ਲੱਖ ਲਾਇਆ ਸੀਗਾ ਉਹ ਵੀ ਵਾਪਸ? ਹਾਂਜੀ ਮੈਮ, 2 ਕਿੱਲੇ ਮੇਰੇ ਵਿਕ ਗਏ ਹੈਗੇ, 2 ਕਿੱਲੇ ਵਿਕ ਗਏ। ਡਿਪੋਰਟ ਹੋਣੀ ਚਾਹੀਦੀ ਹੈ ਜੀ, ਉਹਨੂੰ ਤਾਂ ਸਜ਼ਾ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਜੀ। 2 ਕਿੱਲੇ ਮੈਂ ਆਪਣੇ ਜੱਟਾਂ ਕੋਲ ਜ਼ਮੀਨ ਹੀ ਹੁੰਦੀ ਹੈਗੀ, ਕਮਾਈ ਦਾ ਸਾਧਨ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੁੰਡੇ ਦੇ ਦੋਸਤ ਵੀ ਸਾਡੇ ਨਾਲ ਮੌਜੂਦ ਹੈ, ਤੁਸੀਂ ਸਾਰੀ ਸਥਿਤੀ ਦੇਖੀ ਹੈ ਇਹਨਾਂ ਦੀ, ਜੋ 14 ਤੋਂ ਲੈ ਕੇ ਹੁਣ ਤੱਕ, ਕਿਵੇਂ ਦੇਖ ਰਹੇ ਹੋ ਪੂਰੀ ਚੀਜ਼? ਇਹ ਮੇਰੇ ਮਾਮਾ ਜੀ ਦਾ ਲੜਕਾ ਜੀ। ਇਹ ਪਹਿਲਾਂ ਮੈਂ ਇਹਨਾਂ ਨੂੰ ਫੋਨ ਤੇ ਗੱਲ-ਗੁੱਲ ਕਰਦਾ ਹੁੰਦਾ ਸੀਗਾ, ਬਾਅਦ ਚ ਮੁੜ ਕੇ ਮੇਰਾ ਫੋਨ ਚੱਕਣੋਂ ਹਟ ਗਿਆ ਜੀ। ਜਦੋਂ ਮੈਂ ਇਹਦੇ ਘਰੇ ਜਾ ਕੇ ਦੇਖਿਆ, ਇਹ ਬਹੁਤ ਡਿਪਰੈਸ਼ਨ 'ਚ ਚਲਾ ਗਿਆ ਸੀ ਨੇ। ਆਪਦਾ ਘਰ-ਘੁਰ ਵੀ ਵੇਚਣ ਦੀ ਬਹੁਤ ਕੋਸ਼ਿਸ਼ ਕਰੀ ਤੇ ਉਸ ਤੋਂ ਮੁੜ ਕੇ ਮੈਂ ਇਹਨੂੰ ਆਪਦੇ ਕੋਲ ਲਿਆਇਆ ਸੀਗਾ ਜੀ। ਹਾਂ, ਤੇ ਹੁਣ ਇਹ ਮੇਰੇ ਕੋਲ ਰਹਿੰਦੇ ਆ ਜੀ ਇੱਥੇ। ਜਿਵੇਂ ਕਿ ਸਿਸਟਰ ਜਿਹੜੇ ਨੇ ਉਹ ਵਿਆਹੇ ਹੋਏ ਨੇ, ਹੁਣ ਇਕੱਲੇ ਹੀ ਨੇ, ਮਦਰ ਵੀ ਨਹੀਂ ਹੈਗੇ ਹੈ ਨਾ, ਉਸ ਤੋਂ ਬਾਅਦ ਫਾਦਰ ਵੀ ਨਹੀਂ ਹੈਗੇ, ਤਾਂ ਅੱਗੇ ਤੁਸੀਂ ਕੰਮ ਕਰ ਕੀ ਕਰ ਰਹੇ ਹੋ ਇਸ ਟਾਈਮ? ਮੈਮ ਮੈਂ ਕੁਛ ਨਹੀਂ, ਫ੍ਰੀ ਹੈਗਾ ਜੀ, ਖੇਤੀਬਾੜੀ ਕਰਦਾ। ਹਾਂਜੀ। ਹੁਣ ਕਿੰਨੀ ਜ਼ਮੀਨ? ਹੁਣ 3 ਕਿੱਲੇ ਹੈਗੇ ਜੀ। ਹਾਂਜੀ। ਹੁਣ ਜਿਹੜੀ ਮੰਗ ਹੈ ਉਹ ਇਹੀ ਕਰ ਰਹੇ ਨੇ ਵੀ ਕੁੜੀ ਨੂੰ ਜਿਹੜੀ ਹੈ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਧੰਦਾ ਜਿਹੜਾ ਕੁੜੀਆਂ ਨੇ ਬਣਾ ਲਿਆ ਕਿ ਅਸੀਂ ਮੁੰਡੇ ਵਾਲਿਆਂ ਤੋਂ ਪੈਸੇ ਲਵਾਵਾਂਗੇ, ਮੁੜ ਕੇ ਬਾਹਰ ਚਲੇ ਜਾਵਾਂਗੇ, ਮੁੜ ਕੇ ਇਗਨੋਰ ਕਰਨਾ ਸ਼ੁਰੂ ਕਰਾਂਗੇ, ਗੱਲ ਕਰਨੀ ਬੰਦ ਕਰ ਦਾਂਗੇ, ਤਾਂ ਉਹਦੇ ਨਾਲ ਸਾਡੇ ਉੱਤੇ ਕੋਈ ਕੇਸ ਨਹੀਂ ਹੋਊਗਾ, ਕੋਈ ਕੁਝ ਨਹੀਂ ਹੋਊਗਾ, ਅਸੀਂ ਬਚ ਜਾਵਾਂਗੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਕਿਤੇ ਨਾ ਕਿਤੇ ਠੱਲ ਜ਼ਰੂਰ ਪਊਗੀ, ਕਿਉਂਕਿ ਜਦੋਂ ਇੱਕ ਮਸਲੇ ਦੇ ਵਿੱਚ ਸਜ਼ਾ ਹੋਊਗੀ ਤਾਂ ਕੁੜੀਆਂ ਦੇ ਵੀ ਕੰਨ ਹੋਣਗੇ ਵੀ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਚੱਲ ਸਕਦੀਆਂ। ਅਸੀਂ ਕਿਸੇ ਦੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਬਰਬਾਦ ਨਹੀਂ ਕਰ ਸਕਦੇ, ਇੱਕ ਪੂਰਾ ਘਰ ਇਸ ਤਰੀਕੇ ਦੇ ਨਾਲ ਬਰਬਾਦ ਨਹੀਂ ਕਰ ਸਕਦੇ ਸਿਰਫ ਆਪਣੇ ਪੈਸਿਆਂ ਵਾਸਤੇ। ਜੀ, ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਕੁੜੀ ਡਿਪੋਰਟ ਹੋਣੀ ਚਾਹੀਦੀ ਆ, ਤੇ ਜੋ ਇਹਦਾ ਖਰਚਾ ਹੋਇਆ 35 ਲੱਖ ਰੁਪਇਆ ਉਹ ਇਹਨੂੰ ਵਾਪਸ ਦੇਣਾ ਚਾਹੀਦਾ, ਤਾਂ ਕਿ ਜੋ ਅੱਗੇ ਆਪਦਾ 2 ਕਿੱਲੇ ਖਰੀਦ ਕੇ ਆਪਦਾ ਇੱਧਰ ਆਪਦਾ ਸੈਟਲਮੈਂਟ ਹੋ ਸਕੇ, ਵਧੀਆ ਆਪਦੀ ਜ਼ਿੰਦਗੀ ਗੁਜ਼ਾਰ ਸਕੇ, ਅੱਗੇ ਇਹ ਆਪਦੀ ਮੈਰਿਜ ਕਰਵਾ ਸਕੇ। ਕਿਉਂਕਿ ਅੱਗੇ ਦੀ ਜ਼ਿੰਦਗੀ ਕਹਿੰਦੇ ਆਪਣੀ ਹੁਣ ਸਵਾਰ ਸਕੇ, ਇਸ ਕਰਕੇ ਜਿਹੜੀ ਸੈਟਲਮੈਂਟ ਹੈ ਉਹ ਹੋਣੀ ਚਾਹੀਦੀ ਆ। ਅੱਜ ਇੱਥੇ ਮੌਜੂਦ ਸੀ, ਇਹਨਾਂ ਦੀ ਤਾਂ FIR ਜਿਹੜੀ ਆ ਵੀ ਹੋ ਚੁੱਕੀ ਹੈ, ਹੋ ਸਕਦਾ ਅੱਗੇ ਦਾ ਪ੍ਰੋਸੈਸ ਜਿਹੜਾ ਉਹ ਛੇਤੀ ਹੋ ਜਾਵੇ, ਪਰ ਗੱਲ ਇਹ ਹੈ ਵੀ ਇਹਨਾਂ ਸਾਰੇ ਮਸਲਿਆਂ ਨੂੰ ਠੱਲ ਕਿਵੇਂ ਪਊਗੀ, ਕਿਵੇਂ ਇਹ ਸਾਰੀਆਂ ਚੀਜ਼ਾਂ ਰੋਕੀਆਂ ਜਾ ਸਕਦੀਆਂ ਨੇ। ਜਦੋਂ ਤੋਂ ਵਿਆਹ ਨੂੰ ਸੌਦੇਬਾਜ਼ੀ ਬਣਾ ਲਿਆ, ਜਦੋਂ ਤੋਂ ਵਿਆਹ ਦੇ ਵਿੱਚ ਆ ਪੈਸਾ ਆਉਣਾ ਸ਼ੁਰੂ ਹੋ ਗਿਆ, ਬਿਜ਼ਨਸ ਬਣ ਗਿਆ ਵਿਆਹ ਵੀ ਇੱਕ ਤਰੀਕੇ ਦਾ, ਇਹ ਸਾਰੀਆਂ ਚੀਜ਼ਾਂ ਖਤਮ ਕਿਵੇਂ ਹੋ ਸਕਦੀਆਂ ਨੇ, ਕਿ ਕੋਈ ਕਾਨੂੰਨ ਬਣ ਸਕਦਾ ਇਹਨਾਂ ਚੀਜ਼ਾਂ ਵਾਸਤੇ? ਨੌਜਵਾਨ ਜਿਹੜੇ ਨੇ ਉਹਨਾਂ ਦਾ ਦੁੱਖ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 2 ਕਿੱਲੇ ਜ਼ਮੀਨ ਸੀਗੀ ਉਹ ਵੇਚ ਵੱਟ ਕੇ ਵੀ ਜਿਹੜੀ ਕੁੜੀ ਨੂੰ ਪੈਸੇ ਲਾ ਕੇ ਉੱਥੇ ਭੇਜਿਆ, ਪਰ ਉਸ ਤੋਂ ਬਾਅਦ ਮੁੱਲ ਜਿਹੜੀਆਂ ਕੁੜੀਆਂ ਨਹੀਂ ਪਾਉਂਦੀਆਂ, ਚਾਹੇ ਫਾਈਲ ਨਹੀਂ ਲਾਉਣੀ, ਲੋਕ ਇਹ ਵੀ ਗੱਲ ਵਿੱਚੋਂ ਦੀ ਨੌਜਵਾਨ ਕਹਿੰਦੇ ਨੇ ਵੀ ਜੇ ਨਹੀਂ ਵੀ ਰਹਿਣਾ ਸਾਡੇ ਨਾਲ, ਘੱਟੋ ਘੱਟ ਅਸੀਂ ਜਿਹੜੀ ਚੀਜ਼ ਵਾਸਤੇ ਪੈਸਾ ਤੁਹਾਡੇ ਤੇ ਲਗਾਇਆ, ਘੱਟੋ ਘੱਟ ਸਾਨੂੰ ਬਾਹਰ ਲਿਜਾ ਕੇ ਬੇਸ਼ੱਕ ਛੱਡ ਦਿਓ, ਤਾਂ ਕਿ ਅਸੀਂ ਘੱਟੋ ਘੱਟ ਆਪਣਾ ਫਿਊਚਰ ਉਸ ਤੋਂ ਬਾਅਦ ਸੈੱਟ ਕਰ ਲਈਏ, ਅਸੀਂ ਅੱਗੇ ਦੀ ਚੀਜ਼ ਤਾਂ ਸੈੱਟ ਕਰ ਲਈਏ, ਪਰ ਉਹ ਵੀ ਚੀਜ਼ਾਂ ਜਿਹੜੀਆਂ ਨੇ ਨਹੀਂ ਹੋ ਰਹੀਆਂ। ਸੋ ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ TV ਦੇ ਨਾਲ, ਹੋਰ ਵੀ ਬਹੁਤ ਮਸਲੇ ਇਦਾਂ ਦੇ ਨੇ ਉਹ ਵੀ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ। ਕੈਮਰਾਮੈਨ ਡਿੰਪੀ ਦੇ ਨਾਲ ਮੈਂ ਅਨੂ ਕੋੜਾ।